ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਾਹਿਬ ਜੀ। ਜੈ ਸਿਮਰਤ ਗਤ ਪਾਈਐ ਤੇ ਭਜੈ ਤੈ ਮੀਤ ਕਹੁ ਨਾਨਕ ਸੁਨ ਰੇ ਮਨਾ ਔਦ ਕਟਤ ਹੈ ਨੀਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਮਿਲ ਬੈਠੇ ਸੰਗਤ ਜੀਓ। ਸਤਿਗੁਰੂ ਜੀ ਦੀ ਲੜੀਵਾਰ ਬਾਣੀ ਸ਼ਲੋਕ ਮਹਿਲਾ ਨੌਵਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਉਪਦੇਸ਼ ਜੋ ਅਸੀਂ ਬੜੇ ਪਿਆਰ ਭਾਵਨਾ ਨਾਲ ਪੜ੍ਹਦੇ ਹਾਂ, ਗੁਰਬਾਣੀ ਨੂੰ ਸਮਝ ਕੇ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰ ਰਹੇ ਹਾਂ। ਗੁਰੂ ਮਹਾਰਾਜ ਕਿਰਪਾ ਕਰਨ, ਆਪ ਸੰਗਤ ਜੀ ਨੇ 10ਵਾਂ ਸ਼ਲੋਕ ਸ਼੍ਰਵਣ ਕੀਤਾ ਗਿਆ। 9 ਸ਼ਲੋਕਾਂ ਦੇ ਵਿਚਾਰ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਸਦਕਾ ਜਿਤਨੀ ਕੁ ਸਮਰੱਥਾ ਸੀ, ਬਲ ਬੁੱਧੀ ਸੀ, ਉਹ ਆਪਾਂ ਵਿਚਾਰਨ ਦਾ ਯਤਨ ਕੀਤਾ ਹੈ। 10ਵੇਂ ਸ਼ਲੋਕ ਨੂੰ ਵੀ ਅੱਜ ਵਿਚਾਰੀਏ। ਵਿਚਾਰਨ ਤੋਂ ਪਹਿਲਾਂ ਪਿਆਰ ਸਤਿਕਾਰ ਨਾਲ ਆਖੋ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ। ਧੰਨ ਗੁਰੂ ਤੇਗ ਬਹਾਦਰ ਸਾਹਿਬ। ਧੰਨ ਗੁਰੂ ਤੇਗ ਬਹਾਦਰ। ਧੰਨ ਗੁਰੂ ਤੇਗ ਬਹਾਦਰ ਸਾਹਿਬ। ਧੰਨ ਗੁਰੂ ਤੇਗ ਬਹਾਦਰ। ਧੰਨ ਗੁਰੂ ਤੇਗ ਬਹਾਦਰ ਸਾਹਿਬ। ਧੰਨ ਗੁਰੂ ਤੇਗ ਬਹਾਦਰ ਸਾਹਿਬ। ਸੱਚੇ ਪਾਤਸ਼ਾਹ ਤੋਂ ਬਲਿਹਾਰ ਜਾਈਏ ਕੋਟਾਨ ਕੋਟ ਨਮਸਕਾਰ ਹੈ, ਜਿਨ੍ਹਾਂ ਨੇ ਇਹ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰਕੇ ਸਾਡੇ ਜੀਵਨ ਨੂੰ ਸੋਹਣਾ ਬਣਾਇਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ 10ਵੇਂ ਸ਼ਲੋਕ ਵਿੱਚ ਬਖਸ਼ਿਸ਼ ਕਰਕੇ ਬਚਨ ਬਖਸ਼ਦੇ ਨੇ, ਜੈ ਸਿਮਰਤ ਗਤ ਪਾਈਐ ਤੇ ਭਜ ਰੇਤੈ ਮੀਤ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਸ ਸਿਮਰਤ ਕਰਨ ਨਾਲ, ਜੈ ਸਿਮਰਤ ਜਿਸ ਸਿਮਰਨ ਕਰਨ ਨਾਲ ਗਤ ਪਾਈਏ, ਉੱਚੀ ਅਵਸਥਾ, ਚੰਗਾ ਜੀਵਨ ਬਣਦਾ ਹੋਵੇ, ਤੇਰਾ ਸੋਹਣਾ ਜੀਵਨ ਬਣ ਰਿਹਾ ਹੈ, ਤੇ ਭਜ ਰੇਤੈ ਮੀਤ। ਇਹ ਮੇਰੇ ਮਿੱਤਰ, ਤੂੰ ਉਸ ਨੂੰ ਆਰਾਧਨਾ ਕਰ। ਇਹ ਆਪਾਂ ਪਿਛਲੇ ਕੁਝ ਸ਼ਲੋਕਾਂ ਦੇ ਵਿੱਚ ਸਮਝ ਚੁੱਕੇ ਹਾਂ ਪਿਆਰਿਓ। ਬਾਰ-ਬਾਰ ਸਵਾਲ ਉੱਥੇ ਨਾ ਲੈ ਕੇ ਆਈਏ ਆਪਾਂ ਵੀ ਕਿਵੇਂ ਭਜਣਾ ਹੈ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਲੋਕ ਨੰਬਰ ਪਹਿਲੇ ਵਿੱਚ ਹੀ ਦੱਸ ਦਿੱਤਾ ਹੈ ਕਿ ਕਹੋ ਨਾਨਕ ਹਰਿ ਭਜ ਮਨਾ, ਜੇ ਬਿਦ ਜਨ ਕੋ ਮੀਨ। ਜਿਵੇਂ ਮੱਛੀ ਪਾਣੀ ਦੇ ਨਾਲ ਨਹੀਂ ਕਰਦੀ ਹੈ, ਤੂੰ ਵੀ ਕੁਦਰਤ ਦੇ ਨਾਲ ਪਿਆਰ ਕਰ, ਕੁਦਰਤ ਵਿੱਚ ਪਿਆਰ ਵੰਡ। ਤੂੰ ਵੀ ਆਪਣੇ ਆਪ ਦੇ ਨਾਲ ਪਿਆਰ ਕਰ, ਆਪਣੇ ਆਪ ਦੀ ਕਮੀਆਂ ਨੂੰ ਦੂਰ ਕਰ, ਆਪਣੇ ਅੰਦਰ ਗੁਣਾਂ ਦਾ ਖਜ਼ਾਨਾ ਪ੍ਰਾਪਤ ਕਰਕੇ ਆਪਣੇ ਆਪ ਨੂੰ ਸਵਾਰ ਕੇ ਉਸ ਮਾਲਕ ਦੇ ਵਿੱਚ ਲੀਨ ਹੋ ਜਾ। ਇਹੀ ਹੈ ਗੁਰੂ ਕੇ ਪਿਆਰੇ ਸਿਮਰਨਾ। और गुरु तेग बहादुर साहब महाराज कह लगे ते भज रहे मीत। हे मित्रा, फिर तू क्यों नहीं उस मालक को आराधदा। देखो, जिसनों ध्यान दे नाल मन का सुख मिलता होवे, गुरबाणी नूं अपने हिरदे विच वसा के जदों असीं गुरबाणी दी उपदेशां नूं कमाउंदे हां ना,
ਤੇ ਸਾਡੇ ਅੰਦਰ ਆਤਮਿਕ ਸੁਖ ਆਨੰਦ ਮਿਲਦਾ ਹੈ ਸਾਨੂੰ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਵੀ ਕਿਹਾ, ਜਿਸ ਸਤਿਗੁਰੂ ਦੇ ਪਾਸੋਂ ਤੈਨੂੰ ਇੰਨੀਆਂ ਵੱਡੀਆਂ ਦਾਤਾਂ ਮਿਲ ਰਹੀਆਂ ਨੇ, ਜਿਸ ਸਤਿਗੁਰੂ ਦੀ ਇਬਾਦਤ ਕਰਨ ਦੇ ਨਾਲ ਤੈਨੂੰ ਇੰਨਾ ਸੁੱਖ ਮਿਲ ਰਿਹਾ ਹੈ, ਤੇ ਫਿਰ ਤੂੰ ਉਸ ਮਾਲਕ ਨੂੰ ਕਿਵੇਂ ਆਪਣੇ ਹਿਰਦੇ ਵਿੱਚੋਂ ਭੁਲਾ ਦਿੰਦਾ ਹੈ? ਕਿਵੇਂ ਉਸ ਮਾਲਕ ਦੇ ਗੁਣਾਂ ਨੂੰ ਤੂੰ ਵਿਸਾਰ ਕੇ ਦੂਰ ਕਰ ਦਿੰਦਾ ਹੈ? ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਲੱਗੇ, ਜਿਸ ਦਾਤੇ ਕੋਲੋਂ ਇੰਨੀ ਵੱਡੀਆਂ ਦਾਤਾਂ ਮਿਲ ਰਹੀਆਂ ਹੋਣ ਨਾ, ਉਹਨੂੰ ਕਦੇ ਵਿਸਾਰੀਏ ਨਾ, ਸਗੋਂ ਸੰਭਾਲ ਕੇ ਰੱਖੀਏ। ਜਿਤ ਸੇਵਿਐ ਸੁਖ ਪਾਈਐ। ਮਹਾਰਾਜ ਕਹਿਣ ਲੱਗੇ, ਜਿਸ ਦੀ ਇਬਾਦਤ ਕਰਨ ਦੇ ਨਾਲ ਤੈਨੂੰ ਆਤਮਿਕ ਸੁਖ ਮਿਲੇ, ਸੋ ਸਾਹਿਬ ਸਦਾ ਸੰਭਾਲੀਐ। ਉਹਨੂੰ ਤੇ ਫਿਰ ਸਾਂਭ ਕੇ ਰੱਖਣਾ ਚਾਹੀਦਾ ਨਾ। ਜਿਵੇਂ ਕਿ ਸਾਨੂੰ ਪਤਾ ਵੀ ਅੱਜ ਦੇ ਯੁੱਗ ਵਿੱਚ ਪੈਸੇ ਤੋਂ ਸਾਨੂੰ ਬਹੁਤ ਕੁਝ ਮਿਲ ਜਾਂਦਾ ਹੈ, ਤੇ ਆਪਾਂ ਪੈਸੇ ਨੂੰ ਕਿਵੇਂ ਸਾਂਭ ਕੇ ਆਪਦੇ ਐਫਡੀਆਂ ਬੈਂਕਾਂ ਦੇ ਵਿੱਚ ਜਮ੍ਹਾਂ ਕਰਦੇ ਹਾਂ। ਤੇ ਮਹਾਰਾਜ ਕਹਿੰਦਾ ਕਿ ਜਿਨ੍ਹਾਂ ਗੁਣਾਂ ਕਰਕੇ ਤੂੰ ਜੀਵਨ ਜਿਹੜਾ ਸੁਖੀ ਹੋਣਾ ਹੈ, ਜਿਨ੍ਹਾਂ ਗੁਣਾਂ ਕਰਕੇ ਤੇਰੀ ਅਵਸਥਾ ਉੱਚੀ ਹੋਣੀ ਹੈ, ਤੇਰੀ ਸੰਸਾਰ ਦੇ ਵਿੱਚ ਜੈ ਜੈਕਾਰ ਹੋਣੀ ਹੈ, ਫਿਰ ਉਹਨਾਂ ਗੁਣਾਂ ਨੂੰ ਕਿਉਂ ਤੂੰ ਛੱਡਿਆ ਬੈਠਾ ਹੈ? ਉਹਨਾਂ ਚੰਗਿਆਈਆਂ ਨੂੰ, ਗੁਰੂ ਦੀ ਸਿੱਖਿਆ ਨੂੰ ਫਿਰ ਕਿਉਂ ਭੁਲਾ ਦਿੱਤਾ ਤੂੰ? ਇਸ ਕਰਕੇ ਸੋ ਸਾਹਿਬ ਸਦਾ ਸੰਭਾਲੀਐ। ਇਹ ਹੈ ਗੁਰੂ ਕੇ ਪਿਆਰੋ, ਕੰਟੀਨਿਊ ਲਗਾਤਾਰ ਪ੍ਰੇਮ ਵਿੱਚ ਭਿੱਜ ਕੇ ਗੁਰੂ ਦੀ ਇਬਾਦਤ ਕਰਨਾ। ਕੋ ਨਾਨਕ ਸੁਨ ਰੇ ਮਨਾ। ਮਹਾਰਾਜ ਕਹਿੰਦਾ ਕਿ ਸੁਣ ਮੇਰੇ ਪਿਆਰੇ ਮਿੱਤਰ, हे ਮੇਰੇ ਮਨ ਸੁਣ। ਕੀ ਮਹਾਰਾਜ? ਪਾਤਸ਼ਾਹ ਕਹਿੰਦਾ ਕਿ ਔਦ ਘਟਤ ਹੈ ਨੀਤ। ਔਦ ਦਾ ਅਰਥ ਹੈ ਉਮਰ। ਘਟਤ ਮਨ ਮਿਸ ਘਟ ਰਹੀ ਹੈ, ਤੇਰੀ ਉਮਰ ਘਟ ਰਹੀ ਹੈ ਪਿਆਰਿਆ। ਇਸ ਕਰਕੇ ਜੇ ਉਸ ਮਾਲਕ, ਹੁਣ ਦੇਖੋ ਇੱਕ ਗੱਲ ਚੇਤੇ ਰੱਖਣਾ ਜੀ, ਸਿੱਧੇ ਜਿਹੇ ਫਾਰਮੂਲਾ ਚੇਤੇ ਰੱਖੋ। ਜੇ ਬੰਦਾ 8 ਘੰਟੇ ਵਿੱਚ ਜੇ ਮੰਨ ਲਓ 1000 ਰੁਪਇਆ 500 ਰੁਪਇਆ ਦਿਹਾੜੀ ਕਮਾ ਲੈਂਦਾ ਹੈ, 8 ਘੰਟੇ ਕੰਮ ਕਰਕੇ 500 ਕਮਾ ਲੈਂਦਾ ਹੈ, ਤੇ 24 ਘੰਟਿਆਂ ਵਿੱਚੋਂ 8 ਘੰਟੇ ਕੰਮ ਕਰਨਾ ਚੰਗੀ ਗੱਲ ਹੈ, ਮਾੜੀ ਗੱਲ ਹੈ? ਚੰਗੀ ਗੱਲ ਹੈ। ਵੀ 4 ਪੈਸੇ ਆਣਗੇ, ਘਰ ਦੇ ਗੁਜ਼ਾਰੇ, ਘਰ ਦੀਆਂ ਜਿਹੜੀਆਂ ਲੋੜਾਂ ਨੇ ਉਹ ਚੰਗੀਆਂ ਪੂਰੀਆਂ ਹੋ ਜਾਣਗੀਆਂ, ਗੁਜ਼ਾਰਾ ਚੰਗੇ ਤਰੀਕੇ ਨਾਲ ਹੋ ਜਾਏਗਾ। ਇਸ ਕਰਕੇ ਅਸੀਂ ਆਪਣਾ ਸਮਾਂ ਕੱਢ ਕੇ ਕੰਮ ਕਰਦੇ ਹਾਂ, ਜੋਬ ਕਰਦੇ ਹਾਂ, ਤਾਂ ਕਿ ਪੈਸਾ ਆਵੇ ਤੇ ਪੈਸੇ ਦੇ ਨਾਲ ਸਾਡੇ ਸਰੀਰਿਕ ਤੇ ਘਰ ਦੀਆਂ ਲੋੜਾਂ ਪੂਰੀਆਂ ਹੋ ਸਕਣ, ਔਰ ਕਰਨਾ ਵੀ ਚਾਹੀਦਾ। ਤੇ ਮਹਾਰਾਜ ਕਹਿ ਲੱਗੇ, ਜੇ ਤੂੰ ਕੰਮ ਨਾ ਕਰੇ, ਵਿਹਲਾ ਰਵੇਂ, ਉਹਦਾ ਕੋਈ ਤੈਨੂੰ ਲਾਭ ਹੈ? 24 ਦੇ 24 ਘੰਟੇ ਵੇਸਟ ਨਿਕਾਲ ਦਿੱਤੇ, ਕੀਤਾ ਹੀ ਕੱਖ ਨਹੀਂ। ਬਸ ਗੁਰੂ ਸਾਹਿਬ ਜੀ ਦਾ ਬਚਨ ਹੈ, ਰਹਿਣ ਗਵਾਈ ਸੋਏ ਕੇ ਦਿਨ ਗਵਾਇਆ, ਖਾਏ ਹੀਰੇ ਜੈਸਾ ਜਨਮ ਹੈ, ਕੋਡੀ ਬਦਲ ਜਾਏ। ਇਹ ਤੂੰ ਇਸ ਅਨੁਸਾਰ ਤੇਰਾ ਜੀਵਨ ਹੈ, ਅਗਰ ਤੂੰ ਇਹਨਾਂ ਤੇਰਾ ਜੀਵਨ ਇੱਦਾਂ ਦਾ ਹੈ, ਤੇ ਮਹਾਰਾਜ ਕਹਿੰਦਾ ਕਿ ਫਿਰ ਤੂੰ ਘੱਟ, ਤੇਰੀ ਉਮਰ ਘਟ ਰਹੀ ਹੈ, ਤੂੰ ਤੇ ਆਪਣੇ ਆਪ ਨੂੰ ਵਿਅਰਥ ਕਰ ਰਿਹਾ, ਕਿਸੇ ਜੋਗਾ ਨਹੀਂ। ਇਸ ਕਰਕੇ ਭਾਈ ਸੁਣ, ਔਦ ਘਟਤ ਹੈ ਨੀਤ, ਤੇਰੀ ਉਮਰ ਘਟ ਰਹੀ ਹੈ। ਇੱਕ ਗੱਲ ਚੇਤੇ ਰੱਖਣਾ, ਦੁਨੀਆ ਦੇ ਵਿੱਚ ਇੱਕੋ ਇੱਕ ਐਸਾ ਰਿਸ਼ਤਾ ਹੈ ਜੋ ਸਾਡੀ ਬਹੁਤ ਚਿੰਤਾ ਕਰਦਾ ਹੈ, ਉਹ ਹੈ ਗੁਰੂ। ਗੁਰੂ ਕਿਵੇਂ ਸਾਡਾ ਚਿੰਤਾ, ਜਿਵੇਂ ਆਪਾਂ ਕਈ ਵੀ ਕਰਦੇ ਨੇ, ਗੁਰੂ ਸਾਹਿਬ ਕਹਿੰਦੇ ਨੇ ਵੀ ਕੋਈ ਵੀ ਮੇਰਾ ਬੱਚਾ ਗਲਤ ਰਾਹ ਤੇ ਨਾ ਜਾਏ, ਉਹਦਾ ਭਲਾ ਹੋਵੇ। ਇਹ ਵੱਖਰੀ ਗੱਲ ਹੈ ਕਿ ਬੱਚਾ ਨਾ ਸਮਝੇ, ਬੱਚਾ ਨਾ ਮੰਨੇ, ਆਪਣੀ ਮਰਜ਼ੀ ਕਰੇ, ਫਿਰ ਇਹਦੇ ਵਿੱਚ ਗੁਰੂ ਦੀ ਕੋਈ ਵੀ ਉਹ ਗੱਲ ਨਹੀਂ ਵੀ ਗੁਰੂ ਦਾ ਕੀ ਕਰੇ ਫਿਰ ਇਹਦੇ ਵਿੱਚ। ਕਬੀਰ ਜੀ ਨੇ ਕਿਹਾ ਨਾ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂ ਅੰਧੇ ਇੱਕ ਨਾ ਲਾਗੀ, ਜੋ ਬਾਸ ਬਜਾਈਏ ਫੂਕ
देखो मापिओ अपने बच्चे नूं हमेशा चंगी गल सिखाउंदे ने, पर जे बच्चा ही ना सीखना चाहे, बच्चा ही खुद गलत राह ते चल के उन्हें खुशी मिलती होवे, फिर उहदे च मापिओ दा की कसूर है। इस करके गुरु तेग बहादुर साहब महाराज कहणगे औद घटत है नींद, तेरी उम्र घट रही है। इत्थे ही नहीं, गुरु अर्जन साहब महाराज सच्चे पातशाह जी सानू रात्रि दे समय दे विच सानू रोज समझाउंदे ने, सौण वेले भी चेते कर। इस करके चेते कर, हो सकता है तेरी जिंदगी का आखिरी ये दिन होवे, उस तो बाद तू इस धरती ते ना रहे। महाराज सानू बेनती करके समझाते ने। महाराज कहने लगे करो बेनती सुनो मेरे मीता, हे मेरे मित्र मैं तेन बेनती करना सुन, मैं तेरे भले लिए कह रहा, करो बेनती सुन मेरे मीता। संत टहल की बेला, इधर कोल समा है चंगे काम करने दी, कुछ शरीर दे राही लोगों का भला करने दी तेरे कोल समा है। संत टहल की बेला, इहां खाट चलो हर लाहा, ये तू लाहा ले ले चंगे काम करके, समाज में चंगे काम करके तू लाहा ले ले। इहां खाट चलो हर लाहा आगे बसन, जे आज चंगा काम कर लिया, देखो आप मान लीए 5-7 घंटे आप चंगा काम कर लिया, फिर आप बड़े रिलैक्स होके पैंदे, जे इंज कह लीए आप दिखते ही जे 5 घंटे आप कमाई कर ली, फिर थोड़ी देर आप रेस्ट भी करके बह के खाते हैं। महाराज कहते जो तू गुणा को धारण कर लिया, भगती तेरे हिरदे विच वस गई, गुरु के उपदेश वस गए ने, तो चेते रखी इहां खाट चलो हर लाहा आगे बसन, आने वाला तेरा समा सुहेला हो जाए। औद कटे दिन सिरनारे मन गुरमिल काज सवारे, हे मेरी मना, ये जिथे सतगुरु जी ने कहना को नानक सुन रे मना, हे मेरे मन तेरी उम्र कट रही है, तू गुरु ਨੂੰ मिल के अपना कारज सवार, अपने आप ਨੂੰ सवार, मन गुरमिल काज सवारे रहो। ए संसार विकार सन से मैं, तरियो ब्रह्म ज्ञानी, जिसै जगाए पियावे ए रस, जिन्हें गुरु कोल आके होए निमाणी टै पवा, पूरे सतगुरु पास। जिहड़ा निमाणा होके गुरु चरनां विच डिग पिया, फिर जिसै जगाए पियावे ए रस, अगथ कथा तिन जानी। जाको आए सोई बेहाजियो, हर गुरु ते मनै बसेरा, गुरु कोलों प्राप्त होएगी दात, निज कर महल पाओ सुख सहजे। जिस सिमरन करन दे नाल उच्ची अवस्था मिलती है, निज कर महल पाओ सुख सहजे, बोहर न होएगो फेरा। महाराज कहते जिंदिया जी मुकत हो जाना, जिंदिया जी ज्योति जोत राली संपूर्ण थिया राम। इस करके महाराज सतगुरु जी सानू कह लगे भाई तू लाहा लै, निज कर महल पाओ सुख सहजे, बोल न फिर अंतर। हे सच्चे पातशाह अंदरों दी जानन वाला है, अंतरजामी है, अंतरजामी पुरख विदाते। शरदा मेरी शरदा मेरी भावना, मेरी अंदर की जिहड़ी पुकार है, मेरी मंग है जो उतों पूरी कर दी। शरदा मन की पूरे नानक दास, नानक दास यही उदी अंदर की भावना है, अरदास है, मंग है। नानक दास यह सुख मंगे, मोको कर संतन की धूड़े। मैनू उन्हां गुरु प्यारियां दा मिलाप करवा दे
जिन्हां दे संगत विच मिल के मैं भी नाम जप सकां। जिवें सतगुरु जी दे बचन बाणी विच गोबिंद 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 संग नाम दियो मन आड़ दा पोछीपुर होयो लखीना। इस पूरे शब्द दे विच सतगुरु जी ने बड़ा प्यारा वचन आख्या है। जिवें आपां जाणदे आ ना संसार दे पद्धर ते जे गल करदे आ, ਅਸੀਂ ਕਹਿੰਦੇ ਜੀ ਫਲਾਣਾ ਬੰਦਾ ਬਹੁਤ ਅਮੀਰ ਬਣ ਗਿਆ, ਵੱਡਾ ਹੋ ਗਿਆ, ਬੜਾ ਸੋਹਣਾ ਘਰ ਪਾ ਲਿਆ। ਚਾਰ ਬੰਦੇ ਜਾ ਕੇ ਪੁੱਛਦੇ ਨੇ ਭਾਈ ਕਿਵੇਂ ਅਮੀਰ ਹੋਏ, ਕੀ ਕੀਤਾ ਹੀ? ਅਰੰਧਤ ਤੂੰ ਘਰੇ ਸੀ ਪਰ ਕੀਤਾ ਕੀ ਤੂੰ? ਤੇ ਫਿਰ ਉਹ ਆਪਦੀ ਜੁਗਤ ਦੱਸਦਾ, ਆਪਣੇ ਤਰੀਕੇ ਦੱਸਦਾ ਵੀ ਮੈਂ ਇਹ ਕਰਦਾ ਸੀ ਤਾਂ ਜਾ ਕੇ ਮੈਂ ਇੱਥੇ ਤੱਕ ਪਹੁੰਚ ਗਿਆ। ਤੇ ਭਗਤ ਨਾਮਦੇਵ ਜੀ ਕੋਲ ਸਾਰੇ ਭਗਤਾਂ ਨੇ ਪੁੱਛਿਆ ਵੀ ਕਿਵੇਂ ਕਿਵੇਂ ਗੱਲ ਬਣ ਗਈ ਤੁਹਾਡੀ, ਕਿਵੇਂ ਤੁਸੀਂ ਪਰਮਾਤਮਾ ਦਾ ਰੂਪ ਹੋ ਗਏ, ਕਿਵੇਂ ਤੁਸੀਂ ਆਪ ਹੀ ਰੱਬ ਬਣ ਗਏ, ਕਿਵੇਂ? ਤੇ ਉਹਨਾਂ ਨੇ ਦੱਸਿਆ ਫਿਰ ਬੁੰਨਾ ਤੰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਬੁੰਨਾ ਤੰਨਾ ਮੀਨਸ ਲੋਕਾਂ ਦੀ ਪਰਵਾਹ ਛੱਡ ਕੇ, ਇਹਨੇ ਕੰਮ ਛੱਡ ਕੇ, ਕਬੀਰ ਜੀ ਨੇ ਕੰਮ ਛੱਡਤਾ ਜੀ, ਆਪਣਾ ਕੰਮ ਕੀਤਾ, ਆਪਣੀ ਜਿਹੜੀ ਨੌਕਰੀ ਸੀ ਉਹ ਕਰਦੇ ਰਹੇ, ਲੋਕਾਂ ਦੀ ਚਿੰਤਾ ਛੱਡ ਦਿੱਤੀ। ਗੁਨਾ ਤਨਾ ਤੱਕ ਪ੍ਰੀਤ ਚਰਨ ਕਬੀਰਾ ਨੀਚ ਕੁੜਾ ਜੁਲਾਰਾ ਪਿਓ ਮੁਨੀ। ਤੇ ਇਹ ਗੱਲਾਂ ਜਦੋਂ ਇਹ ਬਿਨ ਸੁਣ ਕੇ ਜਾਟੜੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਸਾਨੂੰ ਕੋਈ ਦੱਸਦਾ ਨਾ ਜੀ ਫਲਾਣੇ ਥਾਂ ਤੇ ਚਲੇ ਜਾਈਏ, ਉੱਥੇ ਤੁਹਾਡਾ ਕੰਮ ਹੋ ਜਾਏਗਾ, ਉੱਥੇ ਤੁਹਾਨੂੰ ਜਿਵੇਂ ਫਲਾਣੀ ਚੀਜ਼ ਮਿਲ ਜਾਣੀ, ਤੇ ਅਸੀਂ ਚਲੇ ਜਾਂਦੇ ਹਾਂ ਜੀ ਕਿਸੇ ਦੇ ਆਖੇ ਨਾ ਲੱਗੇ। ਤੇ ਭਗਤ ਕਹਿਣ ਲੱਗੇ ਵੀ ਮੈਂ ਵੀ ਸੁਣਿਆ ਵੀ ਇਹਨਾਂ ਨੇ ਕਬੀਰ ਜੀ ਨੇ, ਰਵਿਦਾਸ ਜੀ ਨੇ, ਸੈਣ ਜੀ ਨੇ ਪ੍ਰਾਪਤ ਕਰ ਲਿਆ। ਤੇ ਇਹ ਬਿਨ ਸੁਣ ਕੇ ਜਾਟੜੋ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਇਵੇਂ ਸੋ ਇਸ ਕਰਕੇ ਗੁਰੂ ਮਹਾਰਾਜ ਕਿਰਪਾ ਕਰਨ, ਸਾਡੀ ਉਮਰ ਰੋਜ਼ ਘਟ ਰਹੀ ਹੈ। ਮਨ ਗੁਰਮਿਲ ਕਾਜ ਸਵਾਰੇ, ਹਮ ਆਦਮੀ ਹਾਂ ਇੱਕਦਮ ਹੀ ਮੋਹਲਤ ਮੋਹਤ ਨ ਜਾਣਾ। ਮੌਤ ਦਾ ਪਤਾ ਨਹੀਂ ਕਦੋਂ ਆ ਜਾਣੀ। ਮੋਹਲਤ ਮੋਹਤ ਨ ਜਾਣਾ, ਨਾਨਕ ਬਿਨਵੈ ਤਿਸੈ ਸਿਰੇਵੋ ਜਾ ਕੇ ਜੀ ਪਰਾਣਾ। ਇਸ ਕਰਕੇ ਸਾਡਾ ਇਹ ਸਰੀਰ ਛਿਜ ਰਿਹਾ, ਤਨ ਜਿਹੜਾ ਰੋਜ਼ ਛਿਜਦਾ ਹੈ, ਰੋਜ਼ ਬਚਪਨ ਤੋਂ ਜਵਾਨੀ, ਜਵਾਨੀ ਤੋਂ ਬੁਢੇਪਾ ਆ ਜਾਂਦਾ ਹੈ। ਤੇ ਸਤਿਗੁਰੂ ਜੀ ਦਾ ਇੱਕ ਬੜਾ ਪਿਆਰਾ ਬਚਨ ਵੀ ਮੈਨੂੰ ਯਾਦ ਆ ਗਿਆ। ਉਮਰ ਲੰਘ ਗਈ ਸਾਡੀ, ਪਰ ਹਜੇ ਵੀ ਅਸੀਂ ਅੰਦਰੋਂ ਗੁਰੂ ਵਾਲੇ ਨਹੀਂ ਬਣੇ, ਹਲੇ ਵੀ ਨਹੀਂ ਬਣੇ। ਸਰੀਰ ਜਵਾਬ ਦੇ ਗਿਆ ਸਾਡਾ, ਪਰ ਅੰਦਰ ਜਿਹੜੀ ਕਾਮ, ਕ੍ਰੋਧ, ਲੋਭ ਹੈ, ਅਹੰਕਾਰ ਹੈ, ਉਹਨਾਂ ਨੇ ਜਵਾਬ ਨਹੀਂ ਦਿੱਤਾ। ਉਦਾਂ ਹੀ ਐਕਟਿਵ ਹੈ, ਉਦਾਂ ਹੀ ਬਰਕਰਾਰ ਹੈ, ਘੱਟ ਨਹੀਂ ਹੋਇਆ। ਸਰੀਰ ਚੱਲਣ ਤੋਂ ਮੁਹਤਾਜ ਹੋ ਗਿਆ, ਅੱਖਾਂ ਤੋਂ ਦਿਖਾਈ ਨਹੀਂ ਦਿੰਦਾ, ਕੰਨਾਂ ਤੋਂ ਸੁਣਾਈ ਨਹੀਂ ਦਿੰਦਾ, ਪੈਰਾਂ ਤੋਂ ਚੱਲਿਆ ਨਹੀਂ ਜਾਂਦਾ, ਪਿੰਜਰ ਬਣ ਚੁੱਕਿਆ ਹੈ। ਪਰ ਸੱਚ ਜਾਣਿਓ ਭਗਤ ਫਰੀਦ ਜੀ ਕਹਿ ਲਗੇ, ਮੈਨੂੰ ਬੜਾ ਦੁੱਖ ਲੱਗਦਾ ਹੈ ਮਨ ਦੇ ਬੰਦਿਆ, ਜਦੋਂ ਮੈਂ ਤੇਰੇ ਵੱਲ ਨਿਗਾਹ ਮਾਰਦਾ, ਹਜੇ ਵੱਲ ਵੀ ਤੂੰ ਗੁਰੂ ਵੱਲ ਨਹੀਂ ਮੁੜਿਆ, ਹਜੇ ਵੀ ਤੂੰ ਗੁਰੂ ਵਾਲਾ ਨਹੀਂ ਬਣਿਆ, ਹਾਲੇ ਵੀ ਤੇਰਾ ਮਨ ਗੁਰੂ ਦੀ ਭਗਤੀ ਵਿੱਚ ਰੰਗਿਆ ਨਹੀਂ। ਫਰੀਦਾ ਤਨ ਸੁੱਕਾ ਪਿੰਜਰ ਦੀਆ, ਤਲੀਆਂ ਕੁੰਡੇ ਕਾਲ, ਅਜ ਸੁਰ ਆਪਣਾ ਬੋੜਿਓ ਦੇਖ ਬੰਦੇ ਕੇ। ਮਹਾਰਾਜ ਕਹਿੰਦੇ ਕਿ ਬੜਾ ਹੈਰਾਨ ਆ शरीर बाहरली तौर तो तेरा बिल्कुल डेड हो चुके है, पर हज तक तो गुरु वाले पासे नहीं जुड़िया। देख बंदे की बाबा फरीद जी ने भी किया, चेते रखी तेन जीवन दे विच मार बहुत पई है, पर तेन समझ नहीं आई। फरीदा दर दर बचे जाए क्यों डिठो खड़ियार। कहना कि मंदिर गया तो वेख्या लोग ना मंदिर की घंटी नूं कड़ाली कड़ाल बजाई जाते, जेड़ा आउंदा भी मारदा ठा। ते जदों असीं आप दी हिसाब लाखी देखी, जदों असीं दोष कमावांगे, दोषी बनांगे, ते इत्थे ही फैसला हो जाना है। गुरु के प्यारे चेते रखना। कह लगे बुद्धा कोई दोष नहीं है, उन्हें कोई गुनाह नहीं किया, ते लोग आके उन्हें मारदे ने।
ਤੂੰ ਹਿਸਾਬ ਲਾ ਕੇ ਵੇਖੀ, ਜਦੋਂ ਅਸੀਂ ਦੋਸ਼ੀ ਹੋਵਾਂਗੇ ਤੇ ਸਾਡਾ ਕੀ ਹਾਲ ਹੋਣਾ ਹੈ। ਇਹ ਨਿਰਦੋਸ਼ਾਂ ਮਾਰੀ ਹਮ ਦੋਸ਼ਾਂ ਦਾ ਪਿਆਰ, ਸਾਡਾ ਕੀ ਹਾਲ ਹੋਣਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਮੌਤ ਦਾ ਕੋਈ ਪਤਾ ਨਹੀਂ, ਕਦੋਂ ਕਿੱਥੇ ਕਿਸ ਵੇਲੇ ਆਉਣੀ ਹੈ, ਕਿਆ ਜਾਣਾ ਕਿਵੇਂ ਮਰਾਂਗੇ, ਕੈਸਾ ਮਰਨਾ ਹੋਏ, ਪਤਾ ਨਹੀਂ। ਕਿੱਥੇ ਪਾਰਕ ਗਿਆ ਤਾਂ ਉੱਥੇ ਡਿੱਗ ਪਈਏ, ਕੋਈ ਪਤਾ ਨਹੀਂ ਕਿੱਥੇ ਅਖੀਰ ਹੋ ਜਾਣਾ। ਮਰਨਾ ਤੇ ਹੈ ਹੀ ਹੈ, ਸੱਚ ਹੈ। ਜਿਉਣਾ ਵੀ ਸੱਚ ਹੀ ਹੈ। ਜਿੰਨਾ ਚਿਰ ਚੱਲ ਰਿਹਾ ਚੱਲਣ ਦੋ, ਪਰ ਆਪਣੇ ਆਪ ਨੂੰ ਸਵਾਰਨਾ ਇਹ ਭਗਤੀ ਹੈ। ਸੋ ਮਹਾਰਾਜ ਕਿਰਪਾ ਕਰਨ। ਬੇਅੰਤ ਬੇਅੰਤ ਭੁੱਲਾਂ ਦੀ ਖਿਮਾ, ਸਦਾ ਸਦਾ ਇਹ ਭੁੱਲਣਹਾਰ, ਨਾਨਕ ਰਾਖਣਹਾਰ ਅਪਾਰ। ਗੁਰਬਾਣੀ ਪੜ੍ਹਦੇ ਹਾਂ, ਵਿਚਾਰਾਂ ਸਾਂਝ ਪਾਉਂਦੇ ਹਾਂ, ਗੁਰਬਾਣੀ ਨੂੰ ਸਮਝਣ ਦਾ ਯਤਨ ਕਰਦੇ ਹਾਂ, ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਜੀ ਸਮਰੱਥ ਨੇ, ਬਖਸ਼ਣ ਯੋਗ ਨੇ, ਸੁਮਤ ਬਖਸ਼ਣ। ਅੱਗੇ ਤੋਂ ਪਿਆਰ ਸੁਚੱਜੇ ਤਰੀਕੇ ਨਾਲ ਵਿਚਾਰਾਂ ਆਪਾਂ ਵਿਚਾਰ ਸਕੀਏ। ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।